Vaheguru Ji Ka Khalsa, Vaheguru Ji Ki Fateh. You used a word, Bibek Buddhi. Can you please elaborate on that? ਵਿਵੇਕ ਬੁੱਧੀ ਗੁਰਬਾਣੀ ਮੁਤਾਬਕ ਡਿਵਾਈਨ ਕਾਮਨ ਇੰਟੈਲੈਕਟ ਨੂੰ ਕਹਿੰਦੇ ਨੇ। ਜੋ ਸਾਨੂੰ ਅਕਲ ਹੈ, ਉਸ ਅਕਲ ਵਿੱਚ ਸਾਨੂੰ ਸਾਰ ਅਪਸਰ ਕੀ ਸਾਰ ਸਮਝ ਨਹੀਂ ਆਉਂਦੀ, ਚੰਗੇ ਔਰ ਮੰਦੇ ਦੀ, ਰਾਈਟ ਔਰ ਰੋਂਗ ਦੀ ਸਮਝ ਨਹੀਂ ਆਉਂਦੀ। ਜਦੋਂ ਰਾਈਟ ਔਰ ਰੋਂਗ ਦੇ ਬਾਰੇ ਅਸੀਂ ਐਨਾਲਿਸਿਸ ਨਹੀਂ ਕਰ ਸਕਦੇ ਤਾਂ ਸਮਟਾਈਮਸ ਜਿਹਨੂੰ ਅਸੀਂ ਰਾਈਟ ਸਮਝ ਰਹੇ ਹੁੰਦੇ ਹਾਂ ਉਹ ਰੋਂਗ ਹੁੰਦਾ, ਅਸੀਂ ਉਹਨੂੰ ਪਿਕਅਪ ਕਰ ਲੈਂਦੇ ਹਾਂ। ਸਮਟਾਈਮਸ ਜੋ ਰੋਂਗ ਹੁੰਦਾ ਉਸ ਨੂੰ ਰਾਈਟ ਸਮਝ ਕੇ ਪਿਕਅਪ ਕਰ ਲੈਂਦੇ ਹਾਂ। ਔਰ ਹੁੰਦਾ ਕਿ ਅਸੀਂ ਡੁਅਲਿਟੀ 'ਚ ਜੀਣ ਲੱਗ ਪੈਂਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਬੁਰਾ ਭਲਾ ਤਿੱਚੇ ਰਾਖਦਾ ਜਿਚਰ ਹੈ ਦੂਹੂ ਮਾਏ। ਤੂੰ ਕਦੇ ਰਾਈਟ ਵੱਲ ਟੁਰ ਪੈਂਦਾ, ਕਦੇ ਰੋਂਗ ਵੱਲ ਟੁਰ ਪੈਂਦਾ, ਔਰ ਦੂਹੂ ਮਾਏ ਵਿੱਚ ਹੁੰਦਾ ਕਦੇ ਕਿਸੇ ਨੂੰ ਗੋਰਾ ਕਹਿੰਦਾ, ਕਿਸੇ ਨੂੰ ਕਾਲਾ ਕਹਿੰਦਾ, ਕਿਸੇ ਨੂੰ ਸੁੰਦਰ ਕਹਿੰਦਾ, ਕਿਸੇ ਨੂੰ ਕਰੂਪ ਕਹਿੰਦਾ, ਕਿਸੇ ਨੂੰ ਅਮੀਰ, ਕਿਸੇ ਨੂੰ ਗਰੀਬ, ਕਿਸੇ ਨੂੰ ਤੇਰਾ, ਕਿਸੇ ਨੂੰ ਮੇਰਾ। ਇਹ ਡੁਅਲਿਟੀ 'ਚ ਰਹਿਣਾ ਸ਼ੁਰੂ ਕਰ ਦਿੰਦਾ। ਤੈਨੂੰ ਐਨਾਲਿਸਿਸ ਹੀ ਨਹੀਂ ਕਰਨਾ ਆ ਰਿਹਾ ਵਾਟ ਇਜ਼ ਰਾਈਟ। ਅੱਛਾ, ਰਾਈਟ ਔਰ ਰੋਂਗ ਵਿੱਚ ਐਨਾਲਿਸਿਸ ਕਰਨਾ ਆ ਜਾਏ ਤਾਂ ਪਤਾ ਕੀ ਹੋ ਜਾਂਦਾ ਹੈ, ਰੋਂਗ ਨੂੰ ਅਸੀਂ ਪਿਕਅਪ ਨਹੀਂ ਕਰਦੇ ਔਰ ਹਮੇਸ਼ਾ ਇਮੀਡੀਏਟਲੀ ਸਪੌਂਟੇਨੀਅਸਲੀ ਰਾਈਟ ਨੂੰ ਚੂਜ਼ ਕਰਨਾ ਆ ਜਾਂਦਾ ਹੈ ਔਰ ਸਾਡਾ ਕਨਫਿਊਜ਼ਨ, ਡੁਅਲਿਟੀ ਖਤਮ ਹੋ ਜਾਂਦੀ ਹੈ। ਮੈਂ ਇੰਗਲਿਸ਼ ਰਾਈਟਰ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦਾ ਸਭ ਤੋਂ ਦੁਖਦਾਈ ਜੀਵਨ ਦਾ ਮੂਮੈਂਟ ਉਹ ਹੁੰਦਾ ਹੈ ਵੈਨ ਯੂ ਕੈਨ ਨਾਟ ਮੇਕ ਦ डिसीजन। डिसीजन ले लिए एक पास हो जाइए, जा इधर। बड़ी उलझन में हूं, मैं इधर जाऊं कि उधर जाऊं, कंफ्यूज्ड। और कंफ्यूजन दूर करने वास्ते विवेक बुद्धि चाहिए सो दैट वी कैन एनालाइज व्हाट इज राइट, व्हाट इज रॉन्ग। रॉन्ग नू नफरत नहीं करनी है, ओनली राइट नू पिकअप करना है। ਉਹਨੂੰ ਕਹਿੰਦੇ ਨੇ ਹੰਸਾ ਹੀਰਾ ਮੋਤੀ ਚੁਗਣਾ ਹੈ ਹੰਸਾ का ਖਾਣਾ। ਹੰਸ ਬੁੱਧੀ ਬਣ ਜਾਣਾ ਵਿਵੇਕ ਬੁੱਧੀ ਹੈ। ਕਾਂ ਬਿਰਤੀ ਬਣ ਜਾਣਾ, ਕਾਂ ਕਾ ਕਰਨਾ और राइट रॉन्ग दोनों करी जाना विवेक बुद्धि नहीं है। मेक सेंस? आंसर हो गया? थैंक यू। वाहिगुरु जी का खालसा, वाहिगुरु जी की फतेह। ਅੱਜ ਗੱਲ ਤੁਰੀ ਸੀ ਨਾ ਹੁਕਮ ਦੀ। ਹਮੇਸ਼ਾ ਹੀ ਅਸੀਂ ਇਹ ਗੱਲ ਦੇ ਵਿੱਚ ਰਹਿੰਦੇ ਹਾਂ ਵੀ ਜਿਹੜੀ ਗੱਲ ਹੋਈ ਹੁੰਦੀ ਜਿਵੇਂ ਚਾਣ ਚੱਕ ਕਿਸੇ ਦੀ ਮੌਤ ਹੋ ਗਈ, ਅਸੀਂ ਕਹਿੰਦੇ ਹਾਂ ਵੀ ਹੁਕਮ ਅਨੁਸਾਰ ਵੀ ਉਹ ਜਿਵੇਂ ਘਰੇ ਬੈਠੇ ਆ ਜਾਂ ਕੋਈ ਗੱਡੀ ਥੋੜ੍ਹੇ ਘਰੇ ਕ੍ਰੈਸ਼ ਹੋ ਗਈ, ਉਹ ਪਾਣਾ ਲਿਖਿਆ ਸੀਗਾ ਜਿਹੜਾ ਹੁਕਮ ਵਰਤਿਆ। ਸੋ ਬੇਸਿਕਲੀ ਦਿਸ ਇਜ਼ ਅ ਵੈਰੀ ਕਾਮਨ ਥਿੰਗ ਇਨ ਆਵਰ ਲਾਈਫ ਐਵਰੀ ਡੇਜ਼ ਐਂਡ ਆਈ ਥਿੰਕ ਵੀ ਯੂਜ਼ ਦਿਸ ਐਵਰੀ ਨਾਓ ਐਂਡ ਦੈਨ। ਦਿਸ ਇਜ਼ ਵਨ। ਸੈਕੰਡ ਥਿੰਗ ਇਜ਼ ਆਈ ਥਿੰਕ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਹੈ, ਆਪਣੇ ਖਾਸ ਕਰਕੇ ਆਪਣੀ ਕੌਮ ਦੇ ਵਿੱਚ ਰੀਕਾਨੇਸ਼ਨ। ਤੁਸੀਂ ਬਾਈ ਪਹਿਲਾਂ ਪਸ਼ੂ ਸੀਗੇ ਵੀ ਇੰਨੇ ਕੀ ਆਪਣੇ ਕਰ ਕੇ ਬੰਦੇ ਬਣੇ, ਹੁਣ ਤੁਸੀਂ ਦ ਰੀਕਾਨੇਸ਼ਨ। ਸੋ ਦਿਸ ਆਰ ਟੂ ਥਿੰਗਸ ਦੈਟ ਇਟਸ ਵੈਰੀ ਕਾਮਨ ਇਨ ਆਵਰ ਲਾਈਫ ਐਂਡ ਗੁਰਬਾਣੀ ਇਜ਼ ਸਮਹਾਉ ਅਨਦਰ tied up to this two ਵੀ ਹਾਂ ਗੁਰਬਾਣੀ ਵੀ ਇਹ ਕਹਿ ਰਹੀ ਹੈ। ਤੁਸੀਂ ਇਹਦੇ ਬਾਰੇ ਹੋਰ ਸਾਨੂੰ ਦੱਸੋ। As per Gurbani, the laws of nature is the will of God. ਇਹਨੂੰ ਗੁਰਬਾਣੀ ਹੁਕਮ ਪਾਣਾ ਰਜ਼ਾ ਹੈ। ਹੁਣ laws of nature is the will of God ਤੇ ਮੈਂ laws of nature ਰਜ਼ਾ ਪਾਣੇ ਨੂੰ ਸਮਝਾਂ ਕਿਸ ਤਰ੍ਹਾਂ? ਤਾਂ ਇਹਨੂੰ ਮਿਸਟਿਕ ਕਹਿੰਦੇ ਨੇ ਕਿ ਤੁਸੀਂ ਸ੍ਰਿਸ਼ਟੀ ਚੋਂ, ਨੇਚਰ ਚੋਂ ਜਾਂ ਬਾਹਰ ਜੋ ਕੁਝ ਵਾਪਰ ਰਿਹਾ ਹੈ ਉਹਨੂੰ ਦੇਖ ਕੇ ਉਹਦੇ ਚੋਂ ਸਿੱਖਿਆ ਲੈਣੀ, ਆਪਣਾ ਜੀਵਨ ਉੱਚਿਆਂ ਕਰਨ ਵਾਸਤੇ। ਬਾਹਰ ਪਾਣੀ ਨੂੰ ਛੱਡੋ, ਪਾਣੀ ਨਿਵਾਣ ਨੂੰ ਚੱਲੇਗਾ। ਪਾਣੀ ਨੂੰ ਦੇਖ ਕੇ ਤੂੰ ਨਮਰਤਾ ਸਿੱਖਣੀ ਹੈ। ਇਸ ਤਰ੍ਹਾਂ ਰੱਬ ਜੀ ਦਾ ਨਿਯਮ ਹੈ। ਰੱਬ ਜੀ ਦਾ ਨਿਯਮ ਹੈ, ਰੱਬ ਜੀ ਦੇ ਸਾਰੇ ਜਿਤਨੇ ਨਿਯਮ ਨੇ ਉਹ ਮੈਕਸਿਮਮ ਪੜ੍ਹ ਕੇ ਸਮਝ ਕੇ ਸਾਇੰਸਦਾਨ ਸਾਨੂੰ ਕਹਿੰਦਾ ਦੇਖੋ ਐਪਲ ਥੱਲੇ ਡਿੱਗਾ, ਕੋਈ ਪਾਵਰ ਹੈ, ਗ੍ਰੈਵਿਟੇਸ਼ਨ ਪਾਵਰ ਹੈ, ਇਹਦੇ ਅਗੇਂਸਟ ਸ਼ਿਪਸ ਵੀ ਚੱਲ ਪਏ, ਇਹਦੇ ਅਗੇਂਸਟ ਐਰੋਪਲੇਨ ਵੀ ਚੱਲ ਪਏ, ਇਹਦੇ ਅਗੇਂਸਟ ਅੱਜ ਰਾਕਟ ਲੈ ਕੇ ਚਾਂਦ ਤੱਕ ਪਹੁੰਚ ਗਿਆ ਇਨਸਾਨ।
ਇਹਦਾ ਮਤਲਬ ਕੁਦਰਤ ਦੇ ਨਿਯਮਾਂ ਨੂੰ ਜੋ ਅਸੀਂ ਸਮਝਦੇ ਹਾਂ ਔਰ ਜੋ ਉਹਨਾਂ ਦੇ ਅਕੋਰਡਿੰਗ ਟੁਰਦੇ ਹਾਂ ਤਾਂ ਅਸੀਂ ਸੁਖੀ ਹੋ ਜਾਂਦੇ ਹਾਂ। ਇਹਨੂੰ ਗੁਰਮਤਿ ਅਨੁਸਾਰ ਰਜ਼ਾ ਪਾਣਾ ਹੁਕਮ ਕਿਹਾ ਗਿਆ। ਜਦੋਂ ਮੈਂ ਸਾਂਝ ਕਰ ਰਿਹਾ ਸੀ ਤਾਂ ਮੈਂ ਬਾਰ-ਬਾਰ ਬੋਲ ਰਿਹਾ ਸੀ, ਜਦੋਂ ਵੀ ਸਮਥਿੰਗ ਨੈਗੇਟਿਵ ਹੈਪਨਸ ਅਸੀਂ ਸਿਰਫ ਇਹਦਾ ਨਾਂ ਹੁਕਮ ਰੱਖਿਆ ਹੈ, ਜਦ ਕਿ ਹੁਕਮ ਦੇ ਕੁਝ ਹਾਇਰ ਮੀਨਿੰਗ ਨੇ। I wanted to touch that new avenue ਜਿਹੜਾ ਹਿਡਨ ਹੈ, ਰਾਈਟ। ਅੱਛਾ, ਮੈਂ ਰਿਕਸ਼ੇ ਤੇ ਜਾ ਰਿਹਾ, ਮੇਰੇ ਨਾਲ ਮੇਰੀ ਵਾਈਫ ਬੈਠੀ ਹੋਈ ਹੈ, ਜਾਂ ਟੈਕਸੀ ਤੇ ਜਾ ਰਿਹਾ, ਮੇਰੀ ਵਾਈਫ ਬੈਠੀ ਹੈ। ਮੇਰੀ ਵਾਈਫ ਦੇ ਹੱਥ ਵਿੱਚ ਪਰਸ ਹੈ ਔਰ ਉਹਨੇ ਗਲੇ ਵਿੱਚ ਸੋਨਾ ਦਾ ਹਾਰ ਪਾਇਆ ਹੋਇਆ। ਅਚਾਨਕ ਇੱਕ ਬੰਦਾ ਆਇਆ, ਉਹਨੇ ਪਰਸ ਖੋਲ੍ਹਿਆ, ਚੇਨ ਖੋਲ੍ਹ ਲਈ। ਅਸੀਂ ਇਹਨੂੰ ਪਤਾ ਹੀ ਕਹਿੰਦੇ ਹਾਂ ਜਿਵੇਂ ਰੱਬ ਜੀ ਦਾ ਹੁਕਮ। ਇਟਸ ਨਾਟ। ਬਸ ਇਸ ਕਰਕੇ ਮੈਂ ਜਾਣ ਕੇ ਬਾਰ-ਬਾਰ ਕਹਿਣ ਦੀ ਕੋਸ਼ਿਸ਼ ਕੀਤੀ, ਹੁਕਮ ਰਜ਼ਾ ਪਾਣਾ ਦੇ ਕੁਛ ਮੇਰਾ ਜੀਵਨ ਉੱਚਿਆਂ ਕਰਨ ਵਾਲੇ ਬੜੇ ਹਾਇਰ ਮੀਨਿੰਗਸ ਨੇ, ਉਸ ਵੈਲਿਊ ਨੂੰ ਸਮਝੀਏ। ਠੀਕ ਹੈ। ਅਸੀਂ ਨਾ ਰੀਇਨਕਾਰਨੇਸ਼ਨ ਸਮਝਿਆ ਪਿਛਲੇ ਜਨਮ ਦੇ ਕਰਮਾਂ ਦੇ ਮੱਥੇ ਲਿਖੇ ਭਾਗ। ਜਦੋਂ ਕਦੇ ਵੀ ਆਏਗਾ ਪੂਰਬਲੇ ਕਰਮ ਤਾਂ ਅਸੀਂ ਸਮਝਾਂਗੇ ਪਿਛਲੇ ਜਨਮ ਦੇ ਕਮਾਏ। ਗੁਰੂ ਪਾਤਸ਼ਾਹ ਕਹਿੰਦੇ ਦਿਨ ਰਾਤ ਕਮਾਇੜੋ ਸੋ ਆਇਓ ਮਤ ਹੈ। ਤੂੰ ਜਿਸ ਤਰ੍ਹਾਂ ਸੋਚਦਾ ਹੈ ਤੂੰ ਵੈਸਾ ਬਣ ਜਾਂਦਾ ਹੈ। ਇਹਨੂੰ ਪੂਰਬ ਕਮਾਇਆ ਕਹਿੰਦੇ ਨੇ, ਪੂਰਬਲੇ ਕਰਮ ਕਹਿੰਦੇ ਨੇ, ਇਹਨੂੰ ਪੂਰਬਲੇ ਕਰਮ ਕਹਿੰਦੇ ਨੇ। ਜਦੋਂ ਘਰ ਪਿਓ ਰੋਜ਼ ਸ਼ਰਾਬ ਬਣਾਉਂਦਾ ਹੈ, ਬੱਚਾ ਦੇਖ ਰਿਹਾ ਹੈ। ਅਸੀਂ ਨਾ ਵਰਲਡ ਵਾਈਡ ਲਿਵਿੰਗ ਟ੍ਰੈਜਰ ਵੱਲੋਂ ਮੈਟਰੀਮੋਨੀਅਲ ਸਰਵਿਸ ਵੀ ਫ੍ਰੀ ਕਰਦੇ ਹਾਂ ਸੰਗਤਾਂ ਦੀ। ਇੱਕ ਕੁੜੀ ਮੈਨੂੰ ਕਹਿੰਦੀ ਹੈ, ਮੇਰੇ ਵਾਸਤੇ ਜਦੋਂ ਰਿਸ਼ਤਾ ਲੱਭੋ, ਆਈ ਡੋਂਟ ਮਾਈਂਡ ਜੇ ਮੁੰਡਾ ਸ਼ਰਾਬ ਪੀਂਦਾ ਹੈ। ਆਈ ਵਾਸ ਸ਼ੌਕਡ। ਤਾਂ ਮੈਂ ਉਹਦੀ ਮਦਰ ਨੂੰ ਪੁੱਛਿਆ ਕਿ ਇਹਦੇ ਪਾਪਾ ਜੀ ਪੀਂਦੇ ਨੇ? ਕਹਿੰਦੀ ਯੈਸ। ਮੈਨੂੰ ਬਿਲਕੁਲ 2+2=4 ਸਾਹਮਣੇ ਸਾਫ਼ ਨਜ਼ਰ ਆ ਗਿਆ। ਘਰ ਪਿਓ ਕਿਉਂਕਿ ਪੀਂਦਾ ਸੀ, ਕੁੜੀ ਵਾਸਤੇ ਇਟਸ ਜਸਟ ਨਥਿੰਗ। ਸ਼ੀ ਐਕਸੈਪਟਿਡ। ਇਹਨੂੰ ਪੂਰਬ ਕਮਾਇਆ ਕਹਿੰਦੇ ਨੇ, ਪੂਰਬਲੇ ਕਰਮ ਕਹਿੰਦੇ ਨੇ ਕਿ ਜੈਸਾ ਦੇਖਿਆ ਵੈਸੇ ਨੈਗੇਟਿਵ ਨੂੰ ਐਕਸੈਪਟ ਕਰ ਲਿਆ। ਸਾਡੀ ਰੀਇਨਕਾਰਨੇਸ਼ਨ ਗੁਰਮਤਿ ਅਨੁਸਾਰ ਹੈ ਕੀ ਹੈ? ਪੂਰਬਲੇ ਕਰਮ ਦਾ ਮਤਲਬ ਹੈ ਮੈਨੂੰ ਬਚਪਨ ਤੋਂ ਆਦਤ ਪੈ ਗਈ ਗਾਲਾਂ ਕੱਢਣ ਦੀ, ਮੈਨੂੰ ਬਚਪਨ ਤੋਂ ਆਦਤ ਪੈ ਗਈ ਕੁਐਕ ਕਰਨ ਦੀ, ਮੈਨੂੰ ਬਚਪਨ ਤੋਂ ਆਦਤ ਪੈ ਗਈ ਦੂਸਰਿਆਂ ਤੇ ਯੈਲ ਕਰਨ ਦੀ, ਮੈਨੂੰ ਬਚਪਨ ਤੋਂ ਆਦਤ ਪੈ ਗਈ ਨਿੱਕੇ ਭੈਣ ਭਰਾ ਨੂੰ ਦਬਾ ਕੇ ਆਪਣੀ ਗੱਲ ਮਨਵਾਉਣ ਦੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਕਿਸੇ ਨੂੰ ਵੀ ਆਪਣੇ ਥੱਲੇ, ਕਿਸੇ ਵੀ ਇਨਸਾਨ ਨੂੰ ਆਪਣੇ ਥੱਲੇ ਦਬਾ ਕੇ ਡੋਮੀਨੇਟ ਕਰਕੇ ਰਾਜ ਕਰਨ ਦਾ ਦਿਲ ਕਰੇ ਨਾ, ਉਸ ਵੇਲੇ ਅਸੀਂ ਇਨਸਾਨ ਨਹੀਂ ਹਾਂ। ਇਹ ਰੀਇਨਕਾਰਨੇਸ਼ਨ ਹੈ। ਦੇਖਣ ਵਿੱਚ ਇਨਸਾਨ ਲੱਗਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ, ਉਹ ਨਰਕ ਵਿੱਚ ਹੈ। ਹੋਵਤ ਸਵਾਨ, ਉਹ ਕੁੱਤਾ ਹੈ। ਜੋ ਜਾਣੇ ਮੈਂ ਜੋਬਨਵੰਤ, ਜਿਹੜਾ ਸਮਝੇ ਮੇਰੇ ਵਰਗਾ ਸੁੰਦਰ ਕੋਈ ਨਹੀਂ ਹੈ, ਮੇਰੇ ਵਰਗੀ ਤਾਕਤ ਯੂਥ ਕਿਸੇ ਕੋਲ ਨਹੀਂ ਹੈ। ਜੋ ਜਾਣੇ ਮੈਂ ਜੋਬਨਵੰਤ ਸੋਵਤ ਵਿਸ਼ਟਾ ਕਾ ਜੰਤ। ਸਾਧ ਸੰਗਤ ਜੀ, ਉਹ ਮਰਨ ਤੋਂ ਬਾਅਦ ਵਿਸ਼ਟਾ ਕਾ ਕੀੜਾ ਨਹੀਂ ਹੈ, ਉਹ ਅੱਜ ਹੁਣੇ ਹੈ। ਦਿਸ ਇਜ਼ ਗੁਰਮਤਿ ਦਾ ਰੀਇਨਕਾਰਨੇਸ਼ਨ। ਨਾਨਕ ਸੇਨਰ ਅਸਲ ਖਰ, ਉਹ ਸਾਰੀ ਦੁਨੀਆ ਦੇ ਸਭ ਤੋਂ ਟੌਪ ਕਲਾਸ ਡੰਕੀ ਖੋਤੇ ਨੇ। ਨਾਨਕ ਸੇਨਰ ਅਸਲ ਖਰ ਕੌਣ? ਜੋ ਬਿਨ ਗੁਣ ਗਰਭ ਕਰੰਤ, ਜਿਨ੍ਹਾਂ ਕੋਲ ਗੁਣ ਕੁਆਲਿਟੀ ਕੋਈ ਨਾ ਹੋਏ ਫਿਰ ਵੀ ਆਕੜਦੇ ਫਿਰਦੇ ਹੋਣ, ਉਹ ਖਰ ਨੇ, ਖੋਤੇ ਨੇ, ਡੰਕੀ ਨੇ। ਇਹ ਗੁਰਮਤਿ ਦਾ ਰੀਇਨਕਾਰਨੇਸ਼ਨ ਹੈ। ਇਹਦੇ ਵਾਸਤੇ ਸਾਡੀ ਪੁਸਤਕ ਬਣੀ ਹੈ ਜੀਵਨ ਮੁਕਤ।
ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਕੱਢ ਕੱਢ ਕੇ ਅਸੀਂ ਸਮਝਿਆ ਹੈ। ਔਰ ਜੋ ਲੋਕੀ ਕੁਐਸਚਨ ਕਰਦੇ ਸੀ, ਨਾ ਇੱਕ ਬੰਦਾ ਪਿਛਲੇ ਜਨਮ ਵਿੱਚ ਕੁਝ ਕੀਤਾ ਹੋਣਾ ਤਾਂ ਹੀ ਤੇ ਅੱਜ ਉਹ ਅੰਨਾ ਜੰਮਿਆ, ਤਾਂ ਹੀ ਉਹ ਲੰਗੜਾ ਜੰਮਿਆ, ਤਾਂ ਹੀ ਉਹ ਗਰੀਬ ਦੇ ਘਰ ਜੰਮਿਆ, ਤਾਂ ਹੀ ਉਹ ਕਾਣਾ ਜੰਮਿਆ, ਔਰ ਇੱਕ ਬੰਦਾ ਡਨਲਪ ਵਾਲੇ ਏਸੀ ਵਿੱਚ ਜੰਮਿਆ। ਇਸ ਤਰ੍ਹਾਂ ਲੋਕੀ ਕੁਐਸਚਨਸ ਕਰਦੇ ਨੇ ਫੇਟ ਬਾਰੇ, ਕਿਸਮਤ ਬਾਰੇ, ਪਿਛਲੇ ਜਨਮ ਦੇ ਮੱਥੇ ਲਿਖੇ ਭਾਗਾਂ ਬਾਰੇ। ਅਸੀਂ ਇਹਨਾਂ ਸਾਰੇ ਕੁਐਸਚਨਸ ਦੇ ਉਹਦੇ ਅੰਦਰ ਆਨਸਰਸ ਕੀਤੇ ਨੇ ਅਲੋਂਗ ਵਿਦ ਦਾ ਗੁਰਬਾਣੀ ਸ਼ਬਦਸ। ਔਰ ਜਿਹੜੇ ਸ਼ਬਦ ਕੋਟ ਕੀਤੇ ਗਏ ਨੇ ਉਹ ਲੋਕੀ ਕੁਐਸਚਨ ਕਰਦੇ ਹੋ ਸਨ, ਇਸ ਕਰਕੇ ਅਸੀਂ ਉਹਨਾਂ ਕੁਐਸਚਨਾਂ ਦੇ ਆਨਸਰ, ਉਹਨਾਂ ਸ਼ਬਦਾਂ ਦੇ ਅਰਥ ਸਾਂਝ ਕੀਤੇ ਨੇ। ਅੰਤਕਾਲ ਜੋ ਲక్ష్ਮੀ ਸਿਮਰਿਆ ਸੀ, ਚਿੰਤਾ ਮੈਂ ਜੋ ਮਰੇ, ਇਸ ਤਰੀਕੇ ਦੇ ਬੇਅੰਤ ਸ਼ਬਦ ਅਸੀਂ ਉਸ ਬੁੱਕ ਵਿੱਚ ਡਿਸਕਸ ਕੀਤੇ ਨੇ। ਅੰਤਕਾਲ ਹੁੰਦਾ ਕੀ ਹੈ, ਪਹਿਲਾਂ ਤਾਂ ਇਹ ਡਿਸਾਈਡ ਹੋਏਗਾ। ਅਸੀਂ ਤੇ ਅੰਤਕਾਲ ਸਮਝਿਆ ਸੀ ਸਰੀਰਕ ਡੈਥ ਦਾ ਨਾਂ ਅੰਤਕਾਲ। ਗੁਰੂ ਪਾਤਸ਼ਾਹ ਕਹਿੰਦੇ ਨੇ, ਨਾਨਕ ਜੀ ਤਵੇਲਾ ਵਿਸਰਿਆ ਮੇਰਾ ਸੁਆਮੀ, ਤੀ ਤਵੇਲਾ ਮਰ ਜਾਏ ਜੀਓ ਮੇਰਾ। ਉਸ ਵੇਲੇ ਮਰ ਜਾਂਦੇ ਆ, ਜੋ ਹੀ ਮੈਂ ਰੱਬ ਨੂੰ ਵਿਸਾਰਿਆ ਮੈਂ ਉਸ ਵੇਲੇ ਮਰ ਗਿਆ। ਕਿਹੜਾ ਅੰਤਕਾਲ ਹੈ? ਆਖਾਂ ਜੀਵਾ ਵਿਸਰੈ ਮਰ ਜਾਓ, ਇਹ ਅੰਤਕਾਲ ਹੈ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਦੀ ਤਤਕਾਲ ਮਰ ਜਾਏ, ਇਹ ਅੰਤਕਾਲ ਹੈ। ਔਰ ਸਾਧ ਸੰਗਤ ਜੀ, ਇਹ ਸਾਰੇ ਮੇਰੀ ਇੰਟਰਪ੍ਰੀਟੇਸ਼ਨ ਨਹੀਂ ਹੈ। ਕਾइंडली डोंट से लाइक दिस कि ਤੁਹਾਡੀ ਇੰਟਰਪ੍ਰੀਟੇਸ਼ਨ ਹੈ। दिस इज नॉट माई इंटरप्रिटेशन, दिस इज ਗੁਰਬਾਣੀ ਦਾ ਇੰਟਰਨਲ ਲੌਜਿਕ ਔਰ ਗੁਰਬਾਣੀ ਚੋਂ ਗੁਰਬਾਣੀ ਦੇ ਅਰਥ। ਇਸ ਤਰ੍ਹਾਂ ਪਹਿਲਾਂ ਟਰਾਈ ਨਹੀਂ ਕੀਤਾ ਗਿਆ ਕਿ ਗੁਰਬਾਣੀ ਚੋਂ ਅਸੀਂ ਲੱਭੀਏ ਅੰਤਕਾਲ ਕਿਹਨੂੰ ਕਹਿੰਦੇ ਨੇ। ਤਾਂ ਉਹ ਅੰਤਕਾਲ ਜੋ ਲక్ష్ਮੀ ਸਿਮਰਿਆ ਔਰ ਐਸੀ ਚਿੰਤਾ ਮੈਂ ਜੋ ਮਰੇ ਸ਼ਬਦ ਦੇ ਸਾਰੇ ਮੀਨਿੰਗਸ ਗੁਰਬਾਣੀ ਦੇ ਮੁਤਾਬਕ ਸਾਹਮਣੇ ਆਏ। ਉਹਦੀ ਸਾਡੀ CD ਵੀ ਬਣੀ ਹੋਈ ਹੈ ਔਰ ਅਸੀਂ ਉਹਦੇ 'ਚ ਉਹ ਅਰਥ ਵੀ ਸਾਂਝ ਕੀਤੇ ਨੇ। ਕਈ ਜਨਮ ਪੈ ਕੀਟ ਪਤੰਗਾ, ਇਹ ਸ਼ਬਦ ਵੀ ਅਸੀਂ ਉਹਦੇ ਸਾਂਝ ਕੀਤਾ ਹੈ ਨਾ। ਸੋ ਤੁਹਾਡਾ ਰੀਇਨਕਾਰਨੇਸ਼ਨ ਔਰ ਪਾਣਾ ਦਾ ਕੁਐਸਚਨ ਦਾ ਆਨਸਰ ਹੋ ਗਿਆ। ਨੈਕਸਟ